Religion Outlook। ਪਰਮਾਤਮਾ ਦੀ ਕਿਰਪਾ ਦੇ ਨਾਲ ਅੱਜ ਇੱਕ ਹੋਰ ਮੀਲ ਪੱਥਰ ਆਪਾਂ ਸਰ ਕਰਨ ਲੱਗੇ ਹਾਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 300ਵੇਂ ਅੰਗ ਦੀ ਬਾਣੀ ਦੀ ਵਿਆਖਿਆ ਅੱਜ ਆਪਾਂ ਇਸ ਵੀਡੀਓ ਦੇ ਰਾਹੀਂ ਕਰਨ ਲੱਗੇ ਹਾਂ। ਪਰਮਾਤਮਾ ਦੇ ਅੱਗੇ ਇਹੀ ਅਰਦਾਸ ਹੈ ਕਿ ਹੇ ਪ੍ਰਮਾਤਮਾ, ਸਾਡੇ ਗੁਰਮੁਖਾਂ ਦੇ ਉੱਪਰ ਆਪਣੀ ਇਹ ਮਿਹਰ ਇਸੇ ਪ੍ਰਕਾਰ ਬਣਾਈ ਰੱਖਿਓ। ਆਪਣੇ ਬੱਚਿਆਂ ਨੂੰ ਇਸੇ ਪ੍ਰਕਾਰ ਸਦਬੁੱਧੀ ਬਖਸ਼ੀ ਰੱਖਿਓ ਤਾਂ ਕਿ ਅਸੀਂ ਇਸ ਕਾਰਜ ਨੂੰ ਜਾਰੀ ਰੱਖ ਸਕੀਏ, ਗੁਰਬਾਣੀ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਸਕੀਏ। ਹੁਣ ਤੱਕ ਜੋ ਵੀ ਮਿਹਰ, ਜੋ ਵੀ ਬਖਸ਼ਿਸ਼ ਆਪ ਜੀ ਨੇ ਸਾਡੇ ਤੇ ਕੀਤੀ ਹੈ, ਉਹਦੇ ਲਈ ਅਸੀਂ ਬਹੁਤ ਬਹੁਤ ਧੰਨਵਾਦੀ ਹਾਂ। ਜ਼ਿੰਦਗੀ ਦੇ ਵਿੱਚ ਪ੍ਰਮਾਤਮਾ ਵੱਲੋਂ ਮਿਲੀਆਂ ਬਖਸ਼ਿਸ਼ਾਂ ਦੇ ਲਈ ਉਸ ਪ੍ਰਮਾਤਮਾ ਦੇ ਧੰਨਵਾਦੀ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ। ਸੋ ਧੰਨਵਾਦ ਸਹਿਤ ਅਰਦਾਸ ਬੇਨਤੀ ਕਰਨ ਤੋਂ ਬਾਅਦ ਹੁਣ ਆਪਾਂ ਅੱਜ ਦੀ ਬਾਣੀ ਦੀ ਵਿਆਖਿਆ ਦੀ ਸ਼ੁਰੂਆਤ ਕਰਦੇ ਹਾਂ। ਸ਼ਲੋਕ। ਆਤਮ ਜੀਤਾ ਗੁਰਮਤੀ, ਗੁਣ ਗਾਏ ਗੋਬਿੰਦ, ਸੰਤ ਪ੍ਰਸਾਦੀ ਭੈ ਮਿਟੇ, ਨਾਨਕ ਬਿਨਸੀ ਚਿੰਦ। ਆਤਮ ਤੋਂ ਭਾਵ ਆਪਣੇ ਆਪ ਨੂੰ। ਆਤਮ ਜੀਤਾ ਗੁਰਮਤੀ ਕਿ ਗੁਰੂ ਦੀ ਮੱਤ ਦੇ ਉੱਪਰ ਚੱਲ ਕੇ, ਗੁਰੂ ਦੀਆਂ ਸਿੱਖਿਆਵਾਂ ਦੇ ਉੱਪਰ ਚੱਲ ਕੇ ਜਿਸ ਮਨੁੱਖ ਨੇ ਆਪਣੇ ਆਪ ਨੂੰ ਜਿੱਤ ਲਿਆ, ਆਪਣੇ ਮਨ ਨੂੰ ਵਸ ਵਿੱਚ ਕਰ ਲਿਆ ਅਤੇ ਪ੍ਰਮਾਤਮਾ ਦੀ ਸਿਫਤ ਸਲਾਹ ਕੀਤੀ। ਗੁਣ ਗਾਏ ਗੋਬਿੰਦ, ਸੰਤ ਪ੍ਰਸਾਦੀ ਭੈ ਮਿਟੇ। ਸੰਤਾਂ ਦੀ ਕਿਰਪਾ ਦੇ ਨਾਲ, ਗੁਰੂ ਦੀ ਕਿਰਪਾ ਦੇ ਨਾਲ ਉਸ ਮਨੁੱਖ ਦੇ ਸਾਰੇ ਹੀ ਡਰ ਦੂਰ ਹੋ ਜਾਂਦੇ ਹਨ। ਨਾਨਕ ਬਿਨਸੀ ਚਿੰਦ, ਹੈ ਨਾਨਕ, ਉਹਦੀ ਹਰ ਪ੍ਰਕਾਰ ਦੀ ਚਿੰਤਾ, ਹਰ ਪ੍ਰਕਾਰ ਦੇ ਉਹਦੇ ਫਿਕਰ ਖਤਮ ਹੋ ਜਾਂਦੇ ਹਨ। ਪੌੜੀ। ਅਮਾਵਸ ਆਤਮ ਸੁਖੀ ਭਏ, ਸੰਤੋਖ ਦੀਆ ਗੁਰਦੇਵ, ਮਨ ਤਨ ਸ਼ੀਤਲ ਸ਼ਾਂਤ ਸਹਿਜ, ਲਾਗਾ ਪ੍ਰਭ ਕੀ ਸੇਵ। ਚੰਦਰਮਾ ਦੀਆਂ 14 ਤਿਥੀਆਂ ਤੋਂ ਬਾਅਦ ਜੇਕਰ ਚਾਨਣਾ ਪੱਖ ਹੋਏ ਤੇ ਪੂਰਨਮਾਸ਼ੀ ਆਉਂਦੀ ਹੈ, ਜੇਕਰ ਹਨੇਰ ਪੱਖ ਹੋਏ ਤੇ ਅਮਾਵਸ ਆਉਂਦੀ ਹੈ। ਗੁਰੂ ਜੀ ਨੇ ਦੋਨਾਂ ਦੀ ਹੀ ਗੱਲ ਕਰਨੀ ਹੈ। ਇਸ ਵਾਲੀ ਪੌੜੀ ਦੇ ਵਿੱਚ ਅਮਾਵਸ ਦੀ ਗੱਲ ਹੋ ਰਹੀ ਹੈ, ਅਗਲੀ ਪੌੜੀ ਦੇ ਵਿੱਚ ਪੂਰਨਮਾਸ਼ੀ ਦੀ ਗੱਲ ਹੋਏਗੀ। ਅਮਾਵਸ ਦਾ ਆੜਾ ਲੈ ਕੇ ਗੁਰੂ ਜੀ ਨੇ ਆਤਮ ਤੇ ਆਤਮਾ ਦੀ ਗੱਲ ਕੀਤੀ ਹੈ। ਪਹਿਲੇ ਕਿਹਾ ਹੈ ਕਿ ਜਿਸ ਮਨੁੱਖ ਨੇ ਗੁਰੂ ਦੀ ਮੱਤ ਤੇ ਚੱਲ ਕੇ ਆਪਣੇ ਆਪ ਨੂੰ ਜਿੱਤ ਲਿਆ, ਆਤਮ ਨੂੰ ਜਿੱਤ ਲਿਆ, ਉਹਦੇ ਭੈ, ਉਹਦੇ ਡਰ ਖਤਮ ਹੋ ਜਾਂਦੇ ਹਨ, ਸਾਰੇ ਚਿੰਤਾ ਫਿਕਰ ਮੁੱਕ ਜਾਂਦੇ ਹਨ। ਹੁਣ ਗੁਰੂ ਜੀ ਕਹਿੰਦੇ ਹਨ ਕਿ ਅਮਾਵਸ ਆਤਮ ਸੁਖੀ ਭਏ, ਸੰਤੋਖ ਦੀਆ ਗੁਰਦੇਵ। ਜਿਸ ਮਨੁੱਖ ਨੂੰ ਸਤਿਗੁਰੂ ਨੇ ਸੰਤੋਖ ਬਖਸ਼ਿਆ ਹੈ, ਉਸ ਦੀ ਆਤਮਾ ਸੁਖੀ ਹੋ ਜਾਂਦੀ ਹੈ, ਆਨੰਦਿਤ ਹੋ ਜਾਂਦੀ ਹੈ। ਜੋ ਮਨੁੱਖ ਲਾਗਾ ਪ੍ਰਭ ਕੀ ਸੇਵ, ਪਰਮਾਤਮਾ ਦੀ ਸੇਵਾ ਦੇ ਵਿੱਚ ਲੱਗ ਜਾਂਦਾ ਹੈ, ਸੇਵਾ ਭਗਤੀ ਦੇ ਵਿੱਚ ਆਪਣੇ ਮਨ ਨੂੰ ਜੋੜਦਾ ਹੈ, ਉਹਦਾ ਮਨ ਅਤੇ ਤਨ ਠੰਡੇ ਠਾਰ, ਸ਼ਾਂਤ ਅਤੇ ਸਥਿਰ ਹੋ ਜਾਂਦੇ ਹਨ, ਅਡੋਲ ਹੋ ਜਾਂਦੇ ਹਨ। ਮਨ ਤਨ ਸ਼ੀਤਲ ਸ਼ਾਂਤ ਸਹਿਜ, ਲਾਗਾ ਪ੍ਰਭ ਕੀ ਸੇਵ। ਟੂਟੇ ਬੰਧਨ ਬਹੁ ਵਿਕਾਰ, ਸਫਲ ਪੂਰਨ ਤਾਕੇ ਕਾਮ, ਦੁਰਮਤ ਮਿਟੀ ਹਉਮੈ ਛੁੱਟੀ, ਸਿਮਰਤ ਹਰਿ ਕੋ ਨਾਮ। ਮਾਇਆ ਦੇ ਅਤੇ ਵਿਕਾਰਾਂ ਦੇ ਬਹੁਤ ਸਾਰੇ ਬੰਧਨ ਜੋ ਮਨੁੱਖ ਨੂੰ ਬੰਨ੍ਹੀ ਰੱਖਦੇ ਹਨ। ਜੋ ਮਨੁੱਖ ਪ੍ਰਮਾਤਮਾ ਦੀ ਸੇਵਾ ਭਗਤੀ ਦੇ ਵਿੱਚ ਲੱਗ ਜਾਏ, ਉਹਦੇ ਇਹ ਸਾਰੇ ਹੀ ਬੰਧਨ ਟੁੱਟ ਜਾਂਦੇ ਹਨ, ਉਹਦੇ ਸਾਰੇ ਹੀ ਕਾਰਜ ਰਾਸ ਆ ਜਾਂਦੇ ਹਨ। ਵਿਕਾਰਾਂ ਦੇ ਵਿੱਚ ਡੁੱਬੀ ਹੋਈ ਉਹਦੀ ਖੋਟੀ ਮੱਤ ਮਿਟ ਜਾਂਦੀ ਹੈ, ਉਹਦੇ ਅੰਦਰੋਂ ਹੰਕਾਰ ਦੂਰ ਹੋ ਜਾਂਦਾ ਹੈ ਜਦੋਂ ਮਨੁੱਖ ਪ੍ਰਮਾਤਮਾ ਦਾ ਨਾਮ ਸਿਮਰਦਾ ਹੈ। ਦੁਰਮਤ ਮਿਟੀ ਹਉਮੈ ਛੁੱਟੀ, ਸਿਮਰਤ ਹਰਿ ਕੋ ਨਾਮ। ਸ਼ਰਨ ਗਹੀ ਪਾਰ ਬ੍ਰਹਮ ਕੀ, ਮਿਟਿਆ ਆਵਾ ਗਵਨ, ਆਪ ਤਰਿਆ ਕੁਟੰਬ ਸਿਓ, ਗੁਣ ਗੋਬਿੰਦ ਪ੍ਰਭ ਰਵਣ। ਜਿਸ ਮਨੁੱਖ ਨੇ ਉਸ ਪ੍ਰਮਾਤਮਾ ਦਾ ਆਸਰਾ ਤੱਕ ਲਿਆ, ਉਹਨੇ ਆਪਣੀ ਹਸਤੀ ਤੇ ਖਤਮ ਹੀ ਕਰ ਲਈ। ਉਹਦੀ ਜ਼ਿੰਦਗੀ 'ਚ ਮੈਂ ਤੇ ਰਹੀ ਹੀ ਨਹੀਂ, ਤੇ ਮੈਂ ਹੀ ਸਾਨੂੰ ਦੁੱਖਾਂ ਤੇ ਸੁੱਖਾਂ ਦੇ ਵਿੱਚ ਗੋਤੇ ਖਵਾਉਂਦੀ ਰਹਿੰਦੀ ਹੈ। ਮੈਂ ਹੀ ਸਾਨੂੰ ਜਨਮ ਮਰਨ ਦੇ ਗੇੜ ਦੇ ਵਿੱਚ ਪਾਈ ਰੱਖਦੀ ਹੈ।
ਜਦੋਂ ਅਸੀਂ ਪ੍ਰਮਾਤਮਾ ਦੀ ਸ਼ਰਨ ਦੇ ਵਿੱਚ ਪੈ ਜਾਈਏ ਤਾਂ ਮੈਂ ਖਤਮ ਹੋ ਜਾਂਦੀ ਹੈ ਤੇ ਆਵਾਗਮਨ ਵੀ ਮਿਟ ਜਾਂਦਾ ਹੈ। ਉਹ ਮਨੁੱਖ ਖੁਦ ਵੀ ਅਤੇ ਆਪਣੇ ਪਰਿਵਾਰ ਨੂੰ ਵੀ ਸੰਸਾਰ ਸਮੁੰਦਰ ਤੋਂ ਪਾਰ ਲੈ ਜਾਂਦਾ ਹੈ। ਗੋਬਿੰਦ ਪ੍ਰਭੂ ਦੇ ਗੁਣ ਗਾਉਣ ਦੇ ਵਿੱਚ ਉਹ ਮਨੁੱਖ ਰਵਿਆ ਰਹਿੰਦਾ ਹੈ। ਗੁਣ ਗੋਬਿੰਦ ਪ੍ਰਭ ਰਵਨ, ਹਰ ਕੀ ਟਹਿਲ ਕਮਾਵਣੀ, ਜਪੀਐ ਪ੍ਰਭ ਕਾ ਨਾਮ, ਗੁਰਪੂਰੇ ਤੇ ਪਾਇਆ, ਨਾਨਕ ਸੁਖ ਵਿਸ਼ਰਾਮ। ਸੋ ਹੇ ਭਾਈ, ਪ੍ਰਮਾਤਮਾ ਦੀ ਸੇਵਾ ਭਗਤੀ ਕਰਨੀ ਚਾਹੀਦੀ ਹੈ, ਪ੍ਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ। ਹੇ ਨਾਨਕ, ਸਾਰੇ ਸੁੱਖਾਂ ਦਾ ਮੂਲ ਉਹ ਪ੍ਰਭੂ ਪੂਰੇ ਗੁਰੂ ਦੇ ਰਾਹੀਂ ਮਿਲ ਪੈਂਦਾ ਹੈ। ਗੁਰਪੂਰੇ ਤੇ ਪਾਇਆ, ਨਾਨਕ ਸੁਖ ਵਿਸ਼ਰਾਮ। ਸ਼ਲੋਕ। ਪੂਰਨ ਕਭੂ ਨਾ ਡੋਲਤਾ, ਪੂਰਾ ਕੀਆ ਪ੍ਰਭ ਆਪ, ਦਿਨ ਦਿਨ ਚੜ੍ਹੈ ਸਵਾਇਆ, ਨਾਨਕ ਹੋਤ ਨਾ ਘਾਟ। ਅਮਾਵਸ ਤੋਂ ਬਾਅਦ ਹੁਣ ਪੂਰਨਮਾਸ਼ੀ ਦੀ ਗੱਲ ਕਰਦੇ ਹਨ। ਪੂਰਨਮਾਸ਼ੀ ਤੋਂ ਪੂਰਨ ਉਹ ਪ੍ਰਮਾਤਮਾ। ਗੁਰੂ ਜੀ ਕਹਿੰਦੇ ਕਿ ਜਿਸ ਮਨੁੱਖ ਨੂੰ ਪ੍ਰਮਾਤਮਾ ਨੇ ਆਪ ਮੁਕੰਮਲ ਜੀਵਨ ਵਾਲਾ ਬਣਾ ਦਿੱਤਾ, ਪੂਰਨ ਕਰ ਦਿੱਤਾ, ਪੂਰਾ ਕੀਆ ਪ੍ਰਭ ਆਪ, ਪੂਰਨ ਕਭੂ ਨਾ ਡੋਲਤਾ, ਉਹ ਮਨੁੱਖ ਕਦੇ ਵੀ ਮਾਇਆ ਦੇ ਅਸਰ ਹੇਠ ਆ ਕੇ ਡੋਲਦਾ ਨਹੀਂ। ਉਹਦਾ ਆਤਮਿਕ ਜੀਵਨ ਦਿਨ ਬ ਦਿਨ ਵਧੇਰੇ ਚਮਕਦਾ ਹੈ, ਦਿਨ ਦਿਨ ਚੜ੍ਹੈ ਸਵਾਇਆ, ਨਾਨਕ ਹੋਤ ਨਾ ਘਾਟ। ਹੇ ਨਾਨਕ, ਉਹਦੇ ਆਤਮਿਕ ਜੀਵਨ ਦੇ ਵਿੱਚ ਕਦੇ ਕਮੀ ਨਹੀਂ ਆਉਂਦੀ। ਪੌੜੀ। ਪੂਰਨਮਾ ਪੂਰਨ ਪ੍ਰਭ ਏਕ, ਕਰਨ ਕਾਰਨ ਸਮਰੱਥ, ਜੀ ਜੰਤ ਦਇਆਲ ਪੁਰਖ, ਸਭ ਉੱਪਰ ਜਾ ਕਾ ਹੱਥ। ਸਿਰਫ ਪ੍ਰਮਾਤਮਾ ਹੀ ਸਾਰੇ ਗੁਣਾਂ ਦੇ ਨਾਲ ਭਰਪੂਰ ਹੈ। ਪੂਰਨ ਪ੍ਰਭ ਏਕ, ਕਰਨ ਕਾਰਨ ਸਮਰੱਥ, ਉਹ ਪ੍ਰਮਾਤਮਾ ਸਭ ਕੁਝ ਕਰਨ ਦੇ ਅਤੇ ਜੀਵਾਂ ਦੇ ਪਾਸੋਂ ਸਭ ਕੁਝ ਕਰਵਾਉਣ ਦੇ ਸਮਰੱਥ ਹੈ। ਜੀ ਜੰਤ ਦਇਆਲ ਪੁਰਖ, ਉਹ ਸਰਬ ਵਿਆਪਕ ਪ੍ਰਭੂ ਸਭ ਜੀਵਾਂ ਦੇ ਉੱਪਰ ਦਇਆਵਾਨ ਰਹਿੰਦਾ ਹੈ, ਦਇਆਲ ਰਹਿੰਦਾ ਹੈ। ਸਭ ਉੱਪਰ ਜਾ ਕਾ ਹੱਥ, ਸਾਰੇ ਹੀ ਜੀਵਾਂ ਦੇ ਉੱਪਰ ਉਸ ਪ੍ਰਮਾਤਮਾ ਦੀ ਸਹਾਇਤਾ ਦਾ ਹੱਥ ਬਣਿਆ ਰਹਿੰਦਾ ਹੈ। ਗੁਣ ਨਿਧਾਨ ਗੋਬਿੰਦ ਗੁਰ, ਕੀਆ ਜਾ ਕਾ ਹੋਏ, ਅੰਤਰਜਾਮੀ ਪ੍ਰਭੂ ਸੁਜਾਨ, ਅਲਖ ਨਿਰੰਜਨ ਸੋਏ। ਉਸ ਪ੍ਰਮਾਤਮਾ ਦੀ ਗੱਲ ਕਰਦੇ ਹੋਏ ਗੁਰੂ ਜੀ ਕਹਿੰਦੇ ਹਨ ਕਿ ਉਹ ਪ੍ਰਮਾਤਮਾ ਗੁਣ ਨਿਧਾਨ ਹੈ, ਗੁਣਾਂ ਦਾ ਖਜ਼ਾਨਾ ਹੈ। ਗੋਬਿੰਦ ਹੈ ਭਾਵ ਕਿ ਸਾਰੀ ਸ੍ਰਿਸ਼ਟੀ ਦਾ ਪਾਲਕ ਹੈ, ਸਭ ਤੋਂ ਵੱਡਾ ਹੈ। ਕੀਆ ਜਾਕਾ ਹੋਏ, ਇਸ ਸ੍ਰਿਸ਼ਟੀ ਦੇ ਵਿੱਚ ਜੋ ਕੁਝ ਵੀ ਵਾਪਰਦਾ ਹੈ ਉਸ ਪ੍ਰਮਾਤਮਾ ਦਾ ਕੀਤਾ ਹੋਇਆ ਹੀ ਵਾਪਰਦਾ ਹੈ। ਅੰਤਰਜਾਮੀ ਪ੍ਰਭੂ ਸੁਜਾਨ, ਅਲਖ ਨਿਰੰਜਨ ਸੋਏ। ਉਹ ਪ੍ਰਮਾਤਮਾ ਅੰਤਰਜਾਮੀ ਵੀ ਹੈ, ਸਭਨਾਂ ਦੇ ਦਿਲ ਦੀ ਗੱਲ ਜਾਣਨ ਵਾਲਾ ਵੀ ਹੈ, ਉਹ ਸਿਆਣਾ ਵੀ ਹੈ, ਉਹ ਅਲਖ ਵੀ ਹੈ। ਅਲਖ ਤੋਂ ਭਾਵ ਕਿ ਉਸ ਪ੍ਰਮਾਤਮਾ ਦਾ ਮੁਕੰਮਲ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ। ਤੇ ਪ੍ਰਮਾਤਮਾ ਨਿਰੰਜਨ ਵੀ ਹੈ, ਯਾਨੀ ਕਿ ਮਾਇਆ ਦੇ ਪ੍ਰਭਾਵ ਤੋਂ ਪਰੇ ਵੀ ਹੈ। ਪਾਰ ਬ੍ਰਹਮ ਪਰਮੇਸ਼ਰੋ, ਸਭ ਵਿਦ ਜਾਣਨਹਾਰ। ਉਹ ਪਾਰ ਬ੍ਰਹਮ ਸਭ ਤੋਂ ਵੱਡਾ ਮਾਲਕ ਹੈ, ਜੀਵ ਦੇ ਭਲੇ ਦਾ ਹਰੇਕ ਢੰਗ ਜਾਣਨ ਵਾਲਾ ਹੈ। ਉਸ ਪ੍ਰਮਾਤਮਾ ਨੂੰ ਸਾਰੀਆਂ ਵਿਧੀਆਂ ਦਾ ਪਤਾ ਹੈ ਕਿ ਕਿਸ ਪ੍ਰਕਾਰ ਜੀਵ ਦਾ ਭਲਾ ਕਰਨਾ ਹੈ। ਸੰਤ ਸਹਾਈ ਸ਼ਰਨ ਜੋਗ, ਆਠ ਪਹਿਰ ਨਮਸਕਾਰ। ਆਪਣੇ ਸੰਤਾਂ ਦਾ ਸਹਾਈ ਹੈ, ਸਦਾ ਹੀ ਆਪਣੇ ਸੰਤਾਂ ਦਾ ਰਾਖਾ ਹੈ, ਉਹਨਾਂ ਦੀ ਸਹਾਇਤਾ ਕਰਨ ਵਾਲਾ ਹੈ। ਸ਼ਰਨ ਜੋਗ, ਆਪਣੀ ਸ਼ਰਨ ਦੇ ਵਿੱਚ ਆਇਆਂ ਦੀ ਵੀ ਸਹਾਇਤਾ ਕਰਨ ਵਾਲਾ ਹੈ। ਸੋ ਇਸ ਕਰਕੇ ਹੇ ਭਾਈ, ਉਸ ਪਰਮਾਤਮਾ ਨੂੰ ਅੱਠੇ ਪਹਿਰ ਨਮਸਕਾਰ ਕਰੋ। ਤੇ 298ਵੇਂ ਅੰਗ ਦੀ ਬਾਣੀ ਦੀ ਵਿਆਖਿਆ ਦੇ ਵਿੱਚ ਅਸੀਂ ਬੜੀ ਵਿਸਥਾਰ ਦੇ ਨਾਲ ਇਹ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਅੱਠੇ ਪਹਿਰ ਨਾਮ ਕਿਵੇਂ ਜਪਿਆ ਜਾ ਸਕਦਾ ਹੈ, ਉਸ ਪਰਮਾਤਮਾ ਨੂੰ ਨਮਸਕਾਰ ਕਿੰਝ ਕੀਤੀ ਜਾ ਸਕਦੀ ਹੈ। ਅਕਥ ਕਥਾ ਨਾ ਬੂਝੀਐ, ਸਿਮਰੋ ਹਰਿ ਕੇ ਚਰਨ। ਉਸ ਪਰਮਾਤਮਾ ਦੇ ਗੁਣ ਬਿਆਨ ਨਹੀਂ ਕੀਤੇ ਜਾ ਸਕਦੇ, ਉਸ ਪਰਮਾਤਮਾ ਦੀ ਕਥਾ ਨਹੀਂ ਕੀਤੀ ਜਾ ਸਕਦੀ, ਉਹਨੂੰ ਸਮਝਿਆ ਨਹੀਂ ਜਾ ਸਕਦਾ। ਸਿਮਰੋ ਹਰਿ ਕੇ ਚਰਨ। ਸੋ ਇਸ ਕਰਕੇ ਪਰਮਾਤਮਾ ਨੂੰ ਸਮਝਣ ਦੀ ਕੋਸ਼ਿਸ਼ ਛੱਡ ਕੇ ਉਸ ਪਰਮਾਤਮਾ ਦੇ ਚਰਨਾਂ ਨੂੰ ਧਿਆਓ, ਉਸ ਪਰਮਾਤਮਾ ਦੇ ਚਰਨਾਂ ਦਾ ਧਿਆਨ ਧਰੋ।
ਬਸ ਇਹ ਮੰਨ ਲਵੋ ਕਿ ਉਹ ਪ੍ਰਮਾਤਮਾ ਬਹੁਤ ਵੱਡਾ, ਬਹੁਤ ਸ਼ਕਤੀਸ਼ਾਲੀ, ਬਹੁਤ ਹੀ ਤਾਕਤਵਰ ਹੈ। ਇਸ ਸ੍ਰਿਸ਼ਟੀ ਦੇ ਵਿੱਚ ਹੋਣ ਵਾਲੇ ਸਾਰੇ ਹੀ ਵਰਤਾਰੇ ਉਸ ਪ੍ਰਮਾਤਮਾ ਦੀ ਰਜ਼ਾ ਦੇ ਵਿੱਚ ਹੁੰਦੇ ਹਨ। ਇੰਨੀ ਗੱਲ ਜੇਕਰ ਅਸੀਂ ਸਮਝ ਲਈਏ ਤਾਂ ਉਸ ਪ੍ਰਮਾਤਮਾ ਦੇ ਸਰੂਪ ਨੂੰ ਸਮਝਣ ਦੀ ਜ਼ਰੂਰਤ ਨਹੀਂ ਪੈਂਦੀ। ਸਾਨੂੰ ਜਦ ਇਹ ਪਤਾ ਚੱਲ ਜਾਏ ਕਿ ਸਭ ਕੁਝ ਉਹਦੀ ਰਜ਼ਾ ਦੇ ਵਿੱਚ ਹੁੰਦਾ ਹੈ, ਉਹ ਪ੍ਰਮਾਤਮਾ ਵੇਖਣ ਨੂੰ ਕਿਸ ਪ੍ਰਕਾਰ ਦਿਖਦਾ ਹੈ, ਖਾਸ ਤੌਰ ਤੇ ਉਸ ਪ੍ਰਮਾਤਮਾ ਦੇ ਕਿਹੜੇ-ਕਿਹੜੇ ਗੁਣ ਹਨ, ਇਹਨਾਂ ਨਾਲ ਸਾਨੂੰ ਫਰਕ ਨਹੀਂ ਪੈਂਦਾ। ਪਤਿਤ ਉਦਾਹਰਨ ਅਨਾਥ ਨਾਥ ਨਾਨਕ ਪ੍ਰਭ ਕੀ ਸ਼ਰਨ। ਹੇ ਨਾਨਕ, ਉਹ ਪ੍ਰਮਾਤਮਾ ਵਿਕਾਰਾਂ ਦੇ ਵਿੱਚ ਡਿੱਗੇ ਹੋਏ ਮਨੁੱਖਾਂ ਨੂੰ ਵਿਕਾਰਾਂ ਤੋਂ ਬਚਾਉਣ ਵਾਲਾ ਹੈ। ਉਹ ਅਨਾਥਾਂ ਦਾ ਨਾਥ ਹੈ, ਨਿਖਸਮਿਆਂ ਦਾ ਖਸਮ ਹੈ। ਇਸ ਕਰਕੇ ਸਦਾ ਉਸ ਪ੍ਰਮਾਤਮਾ ਦੀ ਸ਼ਰਨ ਦੇ ਵਿੱਚ ਰਹੋ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 296ਵੇਂ ਅੰਗ ਤੋਂ ਚੰਦਰਮਾ ਦੀਆਂ ਤਿਥੀਆਂ ਤੇ ਆਧਾਰਿਤ ਬਾਣੀ ਦੀ ਸ਼ੁਰੂਆਤ ਹੋਈ ਸੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 300ਵੇਂ ਅੰਗ ਦੇ ਉੱਪਰ ਆ ਕੇ ਉਸ ਬਾਣੀ ਦੀ ਸਮਾਪਤੀ ਹੋ ਜਾਂਦੀ ਹੈ। 300ਵੇਂ ਅੰਗ ਦੇ ਉੱਪਰ 2 ਸ਼ਲੋਕ ਤੇ 2 ਪੌੜੀਆਂ ਅਸੀਂ ਪੜ੍ਹੀਆਂ ਹਨ। ਪਹਿਲਾ ਸ਼ਲੋਕ ਤੇ ਪਹਿਲੀ ਪੌੜੀ ਮੱਸਿਆ ਦੀ ਤਿਥੀ ਨੂੰ ਪ੍ਰਮੁੱਖ ਰੱਖ ਕੇ ਲਿਖੀ ਗਈ ਅਤੇ ਦੂਸਰਾ ਸ਼ਲੋਕ ਅਤੇ ਦੂਸਰੀ ਪੌੜੀ ਪੁੰਨਿਆਂ ਦੀ ਤਿਥੀ ਨੂੰ ਮੁੱਖ ਰੱਖ ਕੇ ਲਿਖੀ ਗਈ। ਇਸ ਤੋਂ ਅੱਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 300ਵੇਂ ਅੰਗ ਤੋਂ ਹੀ ਗੁਰੂ ਰਾਮਦਾਸ, ਗੁਰੂ ਅਮਰਦਾਸ ਅਤੇ ਗੁਰੂ ਅਰਜਨ ਸਾਹਿਬ ਦੁਆਰਾ ਰਚਿਤ ਵਾਰ ਦੀ ਸ਼ੁਰੂਆਤ ਹੁੰਦੀ ਹੈ। ਕਿਉਂਕਿ ਉਹ ਇੱਕ ਅਲੱਗ ਅਧਿਆਇ ਬਣ ਜਾਂਦਾ ਹੈ, ਸੋ ਉਹਨੂੰ ਆਪਾਂ ਨਵੀਂ ਵੀਡੀਓ ਦੇ ਵਿੱਚ ਹੀ ਸ਼ੁਰੂ ਕਰਦੇ ਹਾਂ। ਅੱਜ ਦੀ ਵੀਡੀਓ ਦੀ ਇੱਥੇ ਹੀ ਸਮਾਪਤੀ ਕਰਦੇ ਹਾਂ। ਪ੍ਰਮਾਤਮਾ ਦੀ ਬਖਸ਼ਿਸ਼, ਪ੍ਰਮਾਤਮਾ ਦੀ ਕਿਰਪਾ ਦੇ ਨਾਲ ਇੱਕ ਹੋਰ ਅਧਿਆਇ ਆਪਾਂ ਸੰਪੂਰਨ ਕਰ ਲਿਆ ਹੈ। ਤਹਿ ਦਿਲ ਤੋਂ ਉਸ ਪ੍ਰਮਾਤਮਾ ਦੇ ਸ਼ੁਕਰਗੁਜ਼ਾਰ ਹਾਂ। ਪ੍ਰਮਾਤਮਾ ਦੇ ਸ਼ੁਕਰੀਏ ਦੇ ਵਿੱਚ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।